ਸਤਿ ਸ਼੍ਰੀ ਅਕਾਲ ਲੋਕਰਾਣਾ ਚੈਨਲ ਪੰਜਾਬੀ ਤੇ ਤੁਹਾਡਾ ਸਵਾਗਤ। ਤੁਸੀਂ ਸਾਡੇ ਖਾਸ ਪ੍ਰੋਗਰਾਮ ਸਿੱਧੇ ਸਵਾਲ ਦੇ ਨਾਲ ਜੁੜੇ ਹੋ। ਮੈਂ ਹਾਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਅੱਜ ਵਿਚਾਰ ਚਰਚਾ ਦੇ ਵਿੱਚ ਸ਼ਾਮਲ ਹੋਏ ਨੇ ਪ੍ਰੋਫੈਸਰ ਭੀਮਿੰਦਰ ਸਿੰਘ। ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ। ਬਹੁਤ-ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਪੰਗੂ ਸਾਹਿਬ। ਡਾਕਟਰ ਸਾਹਿਬ ਪਵਿੱਤਰ ਦੀਵਾਲੀ ਦਿਹਾੜਾ ਪਵਿੱਤਰ ਹੈ। ਸਭ ਤੋਂ ਪਹਿਲਾਂ ਤਾਂ ਦਰਸ਼ਕਾਂ ਨੂੰ ਦੀਵਾਲੀ ਦੀਆਂ ਲੱਖ-ਲੱਖ ਮੁਬਾਰਕਾਂ। ਅਸੀਂ ਆਸ ਕਰਦੇ ਹਾਂ, ਉਮੀਦ ਕਰਦੇ ਹਾਂ ਕਿ ਆਉਣ ਵਾਲਾ ਸਮਾਂ ਸਾਡੇ ਦਰਸ਼ਕਾਂ ਦੀ ਜ਼ਿੰਦਗੀ ਦੇ ਵਿੱਚ ਸੁਨਹਿਰਾ ਸਮਾਂ ਹੋਵੇ। ਆਸ ਉਮੀਦ ਕਰਦੇ ਹਾਂ ਕਿ ਦਰਸ਼ਕਾਂ ਦੇ ਆਉਣ ਵਾਲੇ ਜੋ ਦਿਨ ਨੇ ਉਹ ਸੁਹਾਗ ਭਰੇ ਹੋਣ, ਕਿਉਂਕਿ ਡਾਕਟਰ ਸਾਹਿਬ ਸਾਡੇ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ, ਪੰਜਾਬ ਦੇ ਕਿਸਾਨਾਂ ਦੀ ਦੀਵਾਲੀ, ਹਰਿਆਣਾ ਦੇ ਕਿਸਾਨਾਂ ਦੀ ਦੀਵਾਲੀ ਤੇ ਪੂਰੇ ਭਾਰਤ ਦੇ ਕਿਸਾਨਾਂ ਦੀ ਦੀਵਾਲੀ ਪਿਛਲੇ ਸਾਲ ਵੀ ਸੜਕਾਂ ਤੇ ਲੰਘੀ ਸੀ। ਇਸ ਵਾਰ ਫਿਰ ਕਿਸਾਨ ਆਪਣੇ ਘਰਾਂ ਤੋਂ ਕੋਹਾਂ ਦੂਰ ਸੜਕਾਂ ਤੇ ਦਿੱਲੀ ਦੀ ਬਰੂਹਾਂ ਤੇ ਬੈਠੇ ਨੇ। ਬੀਜੇਪੀ ਸਰਕਾਰ ਦੇ ਖਿਲਾਫ ਰੋਹ ਹੈ। 3 ਖੇਤੀ ਵਿਵਾਦਤ ਕਾਨੂੰਨ ਬੀਜੇਪੀ ਸਰਕਾਰ ਵਾਪਸ ਲੈਣ ਨੂੰ ਮੰਨਦੀ ਨਹੀਂ। ਸੋਧਾਂ ਤੇ ਆ ਜਾਂਦੇ ਆ, ਸੋਧਾਂ ਨੂੰ ਕਿਸਾਨ ਨਹੀਂ ਮੰਨਦੇ। ਕਿਸਾਨ ਕਹਿੰਦੇ ਗੱਲ ਤਾਂ ਫਿਰ ਪਰਨਾਲਾ ਤਾਂ ਫਿਰ ਉੱਥੇ ਦਾ ਉੱਥੇ ਹੀ ਹੈ। ਜੇਕਰ ਅਸੀਂ ਸੋਧਾਂ ਨੂੰ ਮੰਨ ਜਾਂਦੇ ਹਾਂ, ਕਦੇ ਵੀ ਸਰਕਾਰ ਖਰੜਾ ਚੱਕ ਕੇ ਖੜ ਜੂਗੀ ਵੀ ਅੱਜ ਭਾਈ ਅਸੀਂ ਇਹਦੇ 'ਚ ਫਿਰ ਅਮੈਂਡਮੈਂਟ ਕਰ ਦਿੰਦੇ ਹਾਂ। ਕਾਨੂੰਨ ਰੱਦ ਚਾਹੁੰਦੀਆਂ ਜਥੇਬੰਦੀਆਂ, ਪਰ ਬੀਜੇਪੀ ਸਰਕਾਰ ਨਿਰਦਈ ਜਾਪਦੀ ਹੈ। ਕਿਸਾਨਾਂ ਦੇ ਜਿੰਨੇ ਤਿਉਹਾਰ ਨੇ ਸਾਰੇ ਸੜਕਾਂ ਤੇ ਬੀਤੇ। ਹੋਲੀ, ਦੁਸਹਿਰਾ, ਦੀਵਾਲੀ, ਗੁਰਪੁਰਬ, ਘਰਾਂ ਤੋਂ ਦੂਰ, ਆਪਣੇ ਪਰਿਵਾਰਾਂ ਤੋਂ ਦੂਰ, ਕੰਮ ਧੰਦਿਆਂ ਤੋਂ ਦੂਰ, ਆਪਣੇ ਬਾਲ ਬੱਚਿਆਂ ਤੋਂ ਦੂਰ ਕਿਸਾਨ ਸੜਕਾਂ ਤੇ ਬੈਠੇ ਨੇ। ਬਾਰਿਸ਼ ਦਾ ਮੌਸਮ ਲੰਘ ਕੇ ਗਿਆ, ਜੋ ਹੋਇਆ ਸਭ ਸਾਡੇ ਸਾਹਮਣੇ ਹੈ। ਕਿਵੇਂ ਕਿਸਾਨਾਂ ਦੇ ਤੰਬੂਆਂ 'ਚ ਪਾਣੀ ਵੜ ਗਿਆ, ਕਿਸਾਨਾਂ ਨੂੰ ਰਹਿਣ ਸਹਿਣ ਦਾ ਔਖਾ, ਰੋਟੀ ਪਕਾਉਣ ਤੱਕ ਦਾ ਔਖਾ ਹੋਇਆ। ਬਾਬੇ ਨਾਨਕ ਦਾ ਲੰਗਰ ਚੱਲਦਾ, ਕਿਸਾਨੀ ਅੰਦੋਲਨ ਨੂੰ ਲੰਗਰ ਦੀ ਭਰਪੂਰ ਹਮਾਇਤ ਹੈ, ਜਿਹਦੇ ਸਿਰ ਤੇ ਉੱਤੇ ਕਿਸਾਨੀ ਅੰਦੋਲਨ ਅੱਜ ਇੱਥੇ ਤੱਕ ਪਹੁੰਚਿਆ। ਪਰ 1 ਸਾਲ ਦਾ ਵਕਫਾ ਦਿੱਲੀ ਦੀ ਬਰੂਹਾਂ ਤੇ, ਕੇਂਦਰ ਸਰਕਾਰ ਦੀ ਬਰੂਹਾਂ ਤੇ ਹੁਣ ਦੂਜੀ ਦੀਵਾਲੀ ਇਹ ਸੜਕਾਂ ਦੇ ਉੱਤੇ। ਭਾਵੇਂ ਉਸ ਤੋਂ ਪਹਿਲਾਂ ਅੰਦੋਲਨ ਪੰਜਾਬ ਦੇ ਵਿੱਚ ਸੀ। 26 ਨਵੰਬਰ ਨੂੰ ਦਿੱਲੀ ਚੱਲੋ ਦਾ ਹੋਕਾ ਸੀ ਕਿ ਭਾਈ ਦਿੱਲੀ ਚੱਲੋ। ਪੰਜਾਬ, ਹਰਿਆਣਾ, ਭਾਰਤ ਲਾਬੰਦ ਹੋਇਆ, ਦਿੱਲੀ ਜਾ ਕੇ ਡੇਰੇ ਲਾਏ। ਤੇ ਹੁਣ 1 ਸਾਲ ਦਾ ਵਕਫਾ ਹੋ ਚੁੱਕਿਆ ਡਾਕਟਰ ਸਾਹਿਬ ਕਿਸਾਨਾਂ ਨੂੰ ਦਿੱਲੀ ਦੇ ਬਰੂਹਾਂ ਤੇ ਬੈਠਿਆਂ ਨੂੰ। ਦੂਜੀ ਦੀਵਾਲੀ ਹੈ ਕਿਸਾਨਾਂ ਦੀ ਸੜਕਾਂ ਦੇ ਉੱਤੇ। ਕੀ ਟਿੱਪਣੀ ਕਰਨਾ ਚਾਹੋ? ਪੰਗੂ ਸਾਹਿਬ ਦੇਖੋ, ਪਹਿਲੀ ਗੱਲ ਤਾਂ ਜਿਵੇਂ ਤੁਸੀਂ ਕਿਹਾ ਕਿ ਦੀਵਾਲੀ ਦੀਆਂ ਸਾਰੇ ਦਰਸ਼ਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਬੰਦੀ ਛੋੜ ਦਿਵਸ ਦੀਆਂ ਵੀ ਬਹੁਤ-ਬਹੁਤ ਸ਼ੁਭਕਾਮਨਾਵਾਂ। ਔਰ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਸਰਕਾਰ ਨੂੰ ਇੱਕ ਪਾਸੇ ਤਾਂ ਇਹ ਚਾਹੀਦਾ ਸੀਗਾ ਕਿ ਇਸ ਪਵਿੱਤਰ ਦਿਹਾੜੇ ਦੇ ਉੱਤੇ ਕਿਸਾਨਾਂ ਨੂੰ ਖੁਸ਼ ਕਰਦੀ, ਇਹ 3 ਕਾਲੇ ਕਾਨੂੰਨ ਰੱਦ ਕਰਦੀ ਔਰ ਨਾਲ ਦੀ ਨਾਲ ਇੱਕ ਨਵਾਂ MSP ਜਿਹੜਾ ਹੈਗਾ ਕਾਨੂੰਨ ਉਹ ਬਣਾਉਂਦੀ। ਔਰ ਹੋਇਆ ਕਿ ਆਪਾਂ ਦੇਖਦੇ ਹਾਂ ਕਿ ਬਿਲਕੁਲ ਉਲਟ। ਲੋਕਾਂ ਨੂੰ ਉਮੀਦ ਸੀ, ਭਰੋਸਾ ਸੀਗਾ ਕਿ ਸ਼ਾਇਦ ਸਰਕਾਰ ਦੀਵਾਲੀ ਦਾ ਤੋਹਫਾ ਦੇਗੀ, ਮੋਦੀ ਸਰਕਾਰ, ਔਰ ਕਿਸਾਨ ਖੁਸ਼ੀ-ਖੁਸ਼ੀ ਘਰੇ ਜਾਣਗੇ ਔਰ ਇਹ 3 ਕਾਲੇ ਕਾਨੂੰਨ ਵਾਪਸ ਹੋਣਗੇ। ਪਰ ਆਪਾਂ ਨੇ ਦੇਖਿਆ ਕਿ ਸਰਕਾਰ ਦੇ ਕੰਨ ਤੋਂ ਜੂੰ ਨਹੀਂ ਸਰਕੀ। ਸਰਕਾਰ ਅੜੀ ਹੋਈ ਹੈ, ਉਹਦਾ ਅੜੀਅਲ ਰਵੱਈਆ, ਉਹਦਾ ਜਿਹੜਾ ਹੰਕਾਰ ਹੈ ਉਹ ਸਾਹਮਣੇ ਆ ਰਿਹਾ ਹੈ ਔਰ ਉਹਨੂੰ ਨਤੀਜਾ ਵੀ ਭੁਗਤਣਾ ਪੈ ਰਿਹਾ ਹੈ। ਇਹ ਵੀ ਗੱਲ ਸਮਝਣ ਵਾਲੀ ਹੈ ਕਿ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਜੋ ਜ਼ਿਮਨੀ ਚੋਣਾਂ ਦੇ ਨਤੀਜੇ ਆਏ ਨੇ, ਉਹਦੇ ਵਿੱਚ ਚਾਹੇ ਹਰਿਆਣੇ ਦੇ ਨਤੀਜੇ ਹੋਣ, ਚਾਹੇ ਉਹ ਹਿਮਾਚਲ ਪ੍ਰਦੇਸ਼ ਦੇ ਨਤੀਜੇ ਹੋਣ, ਸੋ ਕਹਿਣ ਦਾ ਮਤਲਬ ਹੈ ਕਿ ਬਹੁਤ ਵੱਡੀ ਹਾਰ ਦਾ ਮੂੰਹ ਦੇਖਣਾ ਪਿਆ। ਖਾਸ ਤੌਰ ਤੇ ਉੱਤਰੀ ਭਾਰਤ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ, ਜਿੱਥੇ-ਜਿੱਥੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਔਰ ਅਗਲੇ ਦਿਨਾਂ ਦੇ ਵਿੱਚ, ਕਿਉਂਕਿ 22 ਦੇ ਵਿੱਚ 7 ਸੂਬਿਆਂ ਦੇ ਵਿੱਚ ਚੋਣਾਂ ਹੋਣੀਆਂ ਨੇ, ਜਿਹਦੇ ਵਿੱਚ ਪੰਜਾਬ ਸ਼ਾਮਲ ਹੈ, ਜਿਹਦੇ ਵਿੱਚ ਹਿਮਾਚਲ ਪ੍ਰਦੇਸ਼ ਸ਼ਾਮਲ ਹੈ, ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ UP, ਉੱਤਰਾਖੰਡ ਔਰ ਗੋਆ, ਮਨੀਪੁਰ ਔਰ ਇੱਥੋਂ ਤੱਕ ਕਿ ਗੁਜਰਾਤ ਵੀ ਸ਼ਾਮਲ ਹੈ। ਸੋ ਕਹਿ ਸਕਦੇ ਹਾਂ ਕਿ ਅਗਲੇ ਦਿਨਾਂ ਦੇ ਵਿੱਚ ਜੇਕਰ ਇਦਾਂ ਹੀ ਅੜੀਅਲ ਰਵੱਈਆ ਰਹਿੰਦਾ ਹੈ ਤਾਂ ਇਹ ਅੰਦੋਲਨ ਇਹਨਾਂ ਸਟੇਟਾਂ ਦੇ ਵਿੱਚ ਫੈਲੇਗਾ। ਔਰ ਜਿਵੇਂ ਜ਼ਿਮਨੀ ਚੋਣਾਂ ਦੇ ਵਿੱਚ ਜ਼ਮਾਨਤਾਂ ਜ਼ਬਤ ਹੋਈਆਂ ਨੇ, ਇਸੇ ਤਰ੍ਹਾਂ ਜ਼ਮਾਨਤਾਂ ਜ਼ਬਤ ਇਹਨਾਂ ਸੂਬਿਆਂ ਦੇ ਵਿੱਚ ਹੋਣ ਦੀਆਂ ਪੂਰੀਆਂ ਸੰਭਾਵਨਾਵਾਂ ਪੈਦਾ ਹੋ ਚੁੱਕੀਆਂ ਨੇ ਪੰਗੂ ਸਾਹਿਬ। ਸੋ ਆਪਾਂ ਕਹਿ ਸਕਦੇ ਹਾਂ ਕਿ ਬੇਸ਼ੱਕ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਇਦਾਂ ਕਿਸਾਨਾਂ ਨੂੰ ਜਾਂ ਆਮ ਲੋਕਾਂ ਨੂੰ ਡਰਾ ਕੇ, ਧਮਕਾ ਕੇ, ਜਿਵੇਂ ਤੁਸੀਂ ਦੱਸਿਆ ਕਿ ਲਗਭਗ 1 ਸਾਲ ਤੋਂ ਉੱਤੇ ਹੋ ਚੁੱਕਿਆ ਹੈ ਜਦੋਂ ਪੰਜਾਬ ਦੇ ਵਿੱਚ ਇਹ ਅੰਦੋਲਨ ਸ਼ੁਰੂ ਹੋਇਆ ਸੀਗਾ ਔਰ ਦੂਸਰੀ ਦੀਵਾਲੀ ਉਹ ਕਿਸਾਨ ਸਾਡੇ ਜਿਹੜੇ ਨੇ ਉਹ ਸੜਕਾਂ ਤੇ ਮਨਾ ਰਹੇ ਨੇ। ਕਿਉਂਕਿ ਕਿਸਾਨ ਜਿਹੜਾ ਹੈਗਾ
ਉਹ ਉਹਦੇ ਕੋਲੇ ਇਹ ਪਹਿਲਾ ਤਜਰਬਾ ਨਹੀਂ ਹੈ ਕਿ ਉਹ ਪਹਿਲੀ ਕੋਈ ਏਦਾਂ ਦੀ ਲੜਾਈ ਲੜ ਰਿਹਾ ਹੈ। ਸਦੀਆਂ ਤੋਂ ਸੈਂਕੜੇ ਸਾਲ ਹੋ ਗਏ ਜਿਹਦੇ ਵਿੱਚ ਕਿਸਾਨਾਂ ਨੇ ਸਰਕਾਰਾਂ ਦੇ ਖਿਲਾਫ ਲੜਾਈਆਂ ਲੜੀਆਂ ਨੇ, ਏਦਾਂ ਹੀ ਬਰੂਹਾਂ ਤੇ ਬੈਠੇ ਰਹੇ ਨੇ, ਸੜਕਾਂ ਤੇ ਆਏ ਨੇ, ਗੋਲੀਆਂ ਖਾਧੀਆਂ ਨੇ, ਡੰਡੇ ਖਾਧੇ ਨੇ, ਪਰ ਉਹਨਾਂ ਨੇ ਈਨ ਨਹੀਂ ਬੰਨੀ। ਸੋ ਇਹੀ ਗੱਲ ਹੁਣ ਹੋ ਰਹੀ ਹੈ। ਅੱਜ ਵੀ ਕਿਸਾਨ ਜਿਹੜਾ ਹੈਗਾ, ਚਾਹੇ ਭਾਰਤ ਦਾ ਕਿਸਾਨ ਹੈ, ਚਾਹੇ ਪੰਜਾਬ ਦਾ ਕਿਸਾਨ ਹੈ, ਚਾਹੇ ਹਰਿਆਣੇ ਦਾ ਕਿਸਾਨ ਹੈ, ਚਾਹੇ ਯੂਪੀ ਦਾ ਕਿਸਾਨ ਹੈ, ਉਹ ਅੱਜ ਵੀ ਕਿਸਾਨ ਜਿਹੜਾ ਹੈਗਾ ਈਨ ਨਹੀਂ ਮੰਨੇਗਾ, ਹਾਰ ਨਹੀਂ ਮੰਨੇਗਾ। ਬੀਜੇਪੀ ਦੀਆਂ ਗੋਡਨੀਆਂ ਲੱਗਣੀਆਂ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਬੀਜੇਪੀ ਨੂੰ ਹਾਰ ਦਾ ਸਾਹਮਣਾ ਕਰਨਾ ਪਏਗਾ। ਇਹਦੇ ਵਿੱਚ ਅਖੀਰ ਨੂੰ ਕਿਸਾਨਾਂ ਦੀ ਹੀ ਜਿੱਤ ਹੋਏਗੀ, ਜਿਵੇਂ ਪਹਿਲਾਂ ਹੁੰਦੀ ਰਹੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਸਾਨਾਂ ਦੀ ਜਿੱਤ ਹੋਏਗੀ। ਆਪਾਂ ਇਹ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਜਿਵੇਂ ਜ਼ਿਮਨੀ ਚੋਣਾਂ ਦੇ ਵਿੱਚ ਹੋਇਆ, ਇਹੀ ਅਗਲੀਆਂ ਜਿਹੜੀਆਂ ਚੋਣਾਂ ਹੋਣਗੀਆਂ ਵਿਧਾਨ ਸਭਾ ਦੀਆਂ, ਵੱਖ-ਵੱਖ ਸਟੇਟਾਂ ਦੀਆਂ, ਤਾਂ ਉਹਦੇ ਵਿੱਚ ਸੁਪੜਾ ਸਾਫ਼ ਹੋ ਸਕਦਾ ਹੈ। ਔਰ ਜੇਕਰ ਯੂਪੀ ਦੇ ਵਿੱਚੋਂ ਖਾਸ ਤੌਰ ਤੇ ਸੁਪੜਾ ਸਾਫ਼ ਹੁੰਦਾ ਹੈ, ਸਫਾਇਆ ਹੁੰਦਾ ਹੈ ਬੀਜੇਪੀ ਦਾ, ਤਾਂ ਲਾਜ਼ਮੀ ਤੌਰ ਤੇ 24 ਦੇ ਵਿੱਚ ਜਦੋਂ ਲੋਕ ਸਭਾ ਦੀਆਂ ਸੀਟਾਂ ਦੀਆਂ ਚੋਣਾਂ ਹੋਣੀਆਂ ਨੇ, ਤਾਂ ਉੱਥੇ ਵੀ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਔਖਾ ਰਸਤਾ ਜਿਹੜਾ ਹੈਗਾ ਮੋਦੀ ਸਰਕਾਰ ਲਈ ਹੋ ਸਕਦਾ ਹੈ। ਸੋ ਸਰਕਾਰ ਨੂੰ ਸਮਝਣਾ ਚਾਹੀਦਾ ਹੈ, ਆਪਣਾ ਅੜੀਅਲ ਰਵੱਈਆ ਛੱਡਣਾ ਚਾਹੀਦਾ ਹੈ, ਆਪਣਾ ਹੰਕਾਰ ਛੱਡਣਾ ਚਾਹੀਦਾ ਹੈ। ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ ਕਿ ਰਾਵਣ ਨੇ ਹੰਕਾਰ ਕੀਤਾ ਸੀਗਾ ਔਰ ਦੁਸ਼ਹਿਰਾ ਆਪਾਂ ਪਿਛਲੇ ਦਿਨਾਂ ਦੇ ਵਿੱਚ ਮਨਾ ਕੇ ਹਟਿਆ, ਔਰ ਰਾਮਚੰਦਰ ਜੀ ਨੇ ਉਹਨਾਂ ਦਾ ਹੰਕਾਰ ਤੋੜਿਆ ਸੀਗਾ ਔਰ ਰਾਮਚੰਦਰ ਜੀ ਦੀ ਸੈਨਾ ਨੇ ਉਹਨਾਂ ਦਾ ਹੰਕਾਰ ਤੋੜਿਆ ਸੀਗਾ। ਇਸੇ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਅੱਜ ਵੀ ਜਿਹੜੀ ਕਿਸਾਨਾਂ ਦੀ ਫੌਜ ਹੈ, ਕਿਸਾਨਾਂ ਦੇ ਨਾਲ ਜਿਹੜੇ ਲੋਕ ਲੀਡਰਸ਼ਿਪ ਦੇ ਨਾਲ ਲੱਗੇ ਹੋਏ ਹੈ, ਉਹਨਾਂ ਨੇ ਮੋਦੀ ਸਰਕਾਰ ਦਾ ਹੰਕਾਰ ਤੋੜਨਾ ਹੈ। ਔਰ ਇੱਕ ਦਿਨ ਐਸਾ ਆਏਗਾ ਜਿਸ ਦਿਨ ਖੁਸ਼ੀ ਸਾਡੇ ਕਿਸਾਨ, ਮਜ਼ਦੂਰ, ਆਮ ਲੋਕ ਜਿਹੜੇ ਬਰੂਹਾਂ ਤੇ ਬੈਠੇ ਨੇ, ਉਹ ਆਪਣੇ ਘਰਾਂ 'ਚ ਪਰਤਣਗੇ ਔਰ ਇਹ 3 ਕਾਲੇ ਕਾਨੂੰਨ ਵਾਪਸ ਹੋਣਗੇ ਔਰ ਇੱਕ ਨਵਾਂ MSP ਵਾਲਾ ਜਿਹੜਾ ਕਾਨੂੰਨ ਹੈ ਉਹ ਪਾਸ ਹੋਵੇਗਾ। ਇਹਦੇ 'ਚ ਕੋਈ ਦੋ ਰਾਵਾਂ ਨਹੀਂ ਪੰਗੂ ਸਾਹਿਬ। ਡਾਕਟਰ ਸਾਹਿਬ, ਤੁਸੀਂ ਬਾਈ ਇਲੈਕਸ਼ਨਾਂ ਦੀ ਗੱਲ ਕੀਤੀ। 4 ਤਾਂ ਹਿਮਾਚਲ ਦੀ ਉੱਥੇ ਹਾਰ ਗਈ ਬੀਜੇਪੀ। ਖਾਸ ਕਰਕੇ ਹਰਿਆਣਾ ਦੀ ਜੋ ਸੀਟ ਸੀ ਏਲਨਾਬਾਦ ਦੀ, ਅਭੈ ਸਿੰਘ ਚੌਟਾਲਾ ਜੇਤੂ ਰਹੇ ਨੇ। ਕਿਸਾਨੀ ਤੇ ਕਿਸਾਨਾਂ ਕਰਕੇ ਉਹਨਾਂ ਨੇ ਅਸਤੀਫਾ ਦਿੱਤਾ ਸੀ। ਹੁਣ ਦੁਬਾਰਾ ਫੇਰ ਉੱਥੋਂ ਉਹ ਵਿਧਾਇਕ ਚੁਣੇ ਗਏ ਨੇ। ਜੋ ਬੀਜੇਪੀ ਦੇ ਉੱਥੋਂ ਉਮੀਦਵਾਰ ਸੀ ਉਹ ਉੱਥੋਂ ਹਾਰ ਗਏ। ਬੀਜੇਪੀ ਦੀ ਭਾਵੇਂ ਸੱਤਾ ਹਰਿਆਣਾ ਦੇ ਵਿੱਚ, ਮਨੋਹਰ ਲਾਲ ਖੱਟਰ ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਕਿਸਾਨੀ ਅੰਦੋਲਨ ਹਰਿਆਣੇ 'ਚ ਨਹੀਂ ਫੈਲਿਆ। ਹਰਿਆਣੇ 'ਚ ਹੋ ਸਕਦਾ ਹਰਿਆਣੇ ਦੇ ਕਿਸੇ ਮਾੜੇ ਮੋਟੇ ਖੇਤਰ ਦੇ ਵਿੱਚ ਕਿਸਾਨੀ ਅੰਦੋਲਨ ਦਾ ਅਸਰ ਹੋਵੇ, ਪਰ ਪੂਰੇ ਹਰਿਆਣੇ 'ਚ ਅਸਰ ਨਹੀਂ ਹੈ। ਇਹ ਤਾਂ ਬੀਜੇਪੀ ਨੂੰ ਸ਼ੀਸ਼ਾ ਦਿਖਾਤਾ ਕਿਸਾਨ ਅੰਦੋਲਨ ਨੇ ਕਿ ਏਦਾਂ ਅਜੇ ਤੱਕ ਕਿਸੇ ਸੂਬੇ 'ਚ ਹੋਇਆ ਨਹੀਂ। ਭਾਵੇਂ ਉਦਾਹਰਨਾਂ ਬਹੁਤ ਨੇ, ਪਰ ਕਾਰਨ ਉਹਨਾਂ ਦੇ ਪਿੱਛੇ ਹੋਰ ਡਾਕਟਰ ਸਾਹਿਬ ਜ਼ਰੂਰ ਰਹੇ ਨੇ। ਬੀਜੇਪੀ ਨੂੰ ਦੱਸਤਾ ਕਿਸਾਨਾਂ ਨੇ ਕਿ ਬੀਜੇਪੀ ਦੀ ਸੱਤਾ ਸੀ ਸੈਂਟਰ ਦੇ ਵਿੱਚ, ਬੀਜੇਪੀ ਦੀ ਹਕੂਮਤ ਸੀ ਹਰਿਆਣਾ ਦੇ ਵਿੱਚ। ਇੱਕ MLA ਦੀ ਸੀਟ ਬੀਜੇਪੀ ਆਪਣੇ ਕੈਂਡੀਡੇਟ ਨੂੰ ਜਿਤਾ ਨਾ ਸਕੀ। ਕਿਸਾਨਾਂ ਦੇ ਰੋਹ ਅੱਗੇ ਬੀਜੇਪੀ ਹਾਰ ਗਈ। ਜੀ ਬਿਲਕੁਲ, ਕੱਲੀ ਆਪਾਂ ਇਹ ਨਹੀਂ ਕਹਿ ਸਕਦੇ ਹਰਿਆਣੇ ਦੇ ਵਿੱਚ। ਤੁਸੀਂ ਦੇਖੋ ਕਿ ਹਿਮਾਚਲ ਦੇ ਵਿੱਚ 4 ਸੀਟਾਂ, 3 ਵਿਧਾਨ ਸਭਾ ਦੀਆਂ, 1 ਲੋਕ ਸਭਾ ਦੀ, ਔਰ ਉੱਥੇ ਵੀ ਔਰ ਬੀਜੇਪੀ ਦੀ ਬਹੁਤ ਵੱਡੀ ਪਕੜ ਹੈ। ਇਹੀ ਕਹਿੰਦੀ ਸੀ ਕਿ ਬੀਜੇਪੀ ਨੂੰ ਇੱਥੋਂ ਕੋਈ ਹਿਲਾ ਨਹੀਂ ਸਕਦਾ, ਔਰ ਉੱਥੇ ਵੀ ਆਪਾਂ ਦੇਖਿਆ ਹੈ ਕਿ ਲੋਕ ਸਭਾ ਦੇ ਵਿੱਚੋਂ ਵੀ ਸੁਪੜਾ ਸਾਫ਼ ਹੋਇਆ ਬੀਜੇਪੀ ਦਾ ਔਰ ਵਿਧਾਨ ਸਭਾ ਦੀਆਂ 3 ਜਿਹੜੀਆਂ ਨੇ ਸੀਟਾਂ, ਉਹਨਾਂ ਦੇ ਵਿੱਚੋਂ ਵੀ ਸਫਾਇਆ ਹੋ ਚੁੱਕਿਆ ਹੈ। ਔਰ ਤੁਸੀਂ ਹਰਿਆਣੇ ਦੀ ਗੱਲ ਕਰ ਰਹੇ ਹੋ, ਹਰਿਆਣੇ ਦੇ ਵਿੱਚ ਕਰੋੜਾਂ ਰੁਪਈਆ ਜਿਹੜਾ ਹੈਗਾ ਸੁੱਟਿਆ ਗਿਆ, ਕਰੋੜਾਂ ਰੁਪਈਆ ਖਰਚਿਆ ਗਿਆ। ਸਾਮ ਦਾਮ ਦੰਡ ਭੇਦ ਹਰ ਤਰੀਕੇ ਦੇ ਨਾਲ ਕੋਸ਼ਿਸ਼ ਕੀਤੀ ਗਈ ਇਹਨਾਂ ਸਟੇਟਾਂ ਦੇ ਵਿੱਚ ਕਿ ਕਿਵੇਂ ਨਾ ਕਿਵੇਂ ਬੀਜੇਪੀ ਜਿੱਤੇਗੀ ਔਰ ਜਿਤਾਉਣ ਦੀ ਕੋਸ਼ਿਸ਼ ਕੀਤੀ ਗਈ। ਔਰ ਇਸੇ ਤਰ੍ਹਾਂ ਬੰਗਾਲ ਦੇ ਵਿੱਚ ਕੋਸ਼ਿਸ਼ ਕੀਤੀ ਗਈ। ਔਰ ਇਹਨਾਂ 3 ਸਟੇਟਾਂ ਦੇ ਵਿੱਚ ਤੁਸੀਂ ਦੇਖੋਗੇ ਜਿੱਥੇ ਸਾਡਾ ਕਿਸਾਨ ਸੰਘਰਸ਼ ਗਿਆ, ਉੱਥੇ ਇਹਨਾਂ ਦੀਆਂ ਗੋਡਨੀਆਂ ਲਵਾਈਆਂ ਗਈਆਂ ਔਰ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ। ਔਰ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਸਲਾਮ ਕਰਦਾ, ਉਹਨਾਂ ਨੂੰ ਸਲੂਟ ਕਰਦੇ ਆ ਕਿ ਜਿਨ੍ਹਾਂ ਨੇ ਬੀਜੇਪੀ ਨੂੰ ਮੂੰਹ ਨਹੀਂ ਲਾਇਆ। ਔਰ ਖਾਸ ਤੌਰ ਤੇ ਇੱਕ ਐਸੀ ਸੀਟ ਸੀ ਜਿੱਥੇ ਉਹਨਾਂ ਦੀ ਜ਼ਮਾਨਤ ਵੀ ਜ਼ਬਤ ਕਰਵਾ ਦਿੱਤੀ। ਸੋ ਉਮੀਦ ਕਰਦੇ ਆ ਕਿ ਅਗਲੇ ਸਾਲ ਦੇ ਵਿੱਚ ਹੋਣ ਵਾਲੀਆਂ ਜਿਹੜੀਆਂ ਚੋਣਾਂ ਨੇ ਵਿਧਾਨ ਸਭਾ ਦੀਆਂ, ਚਾਹੇ ਆਪਾਂ ਇਹ ਕਹਿ ਸਕਦੇ ਆ ਕਿ ਚਾਹੇ ਹਿਮਾਚਲ 'ਚ ਨੇ, ਚਾਹੇ ਉਹ ਦੂਸਰੇ ਸੂਬਿਆਂ ਦੇ ਵਿੱਚ ਨੇ, ਉੱਥੇ ਵੀ ਜ਼ਮਾਨਤਾਂ ਜ਼ਬਤ ਹੋਣਗੀਆਂ। ਬੀਜੇਪੀ ਕੋਸ਼ਿਸ਼ ਜ਼ਰੂਰ ਕਰੇਗੀ ਕਿ ਜਿਵੇਂ ਇੱਥੇ ਹੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ
ਕਰੋੜਾਂ ਰੁਪਏ ਲੋਕਾਂ ਦੇ ਉੱਤੇ ਖਰਚੇਗੀ, ਅਰਬਾਂ ਰੁਪਏ ਖਰਚਣ ਦੀ ਕੋਸ਼ਿਸ਼ ਕਰੇਗੀ, ਹੋਰ ਵੀ ਬਹੁਤ ਸਾਰੇ ਢੰਗ ਤਰੀਕੇ ਲੋਕਾਂ ਨੂੰ ਲੜਾ ਕੇ ਧਮਕਾ ਕੇ ਹਰ ਤਰ੍ਹਾਂ ਦੇ ਨਾਲ ਕੋਸ਼ਿਸ਼ ਕਰੇਗੀ। ਪਰ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਦੇ ਇਸ ਇਲਾਕੇ ਦੇ ਵਿੱਚ ਜਾਂ ਵੱਖ-ਵੱਖ ਸੂਬਿਆਂ ਦੇ ਵਿੱਚ ਜਿੱਥੇ ਵੀ ਚੋਣਾਂ ਹੋਣਗੀਆਂ ਹੁਣ ਉੱਥੇ ਇਹਨਾਂ ਦੇ ਪੈਰ ਲੱਗਣਗੇ। ਸੋ ਉਮੀਦ ਹੈ ਕਿ ਇਹਨਾਂ 7 ਸਟੇਟਾਂ ਦੇ ਵਿੱਚ 22 ਦੇ ਵਿੱਚ ਤੁਸੀਂ ਦੇਖੋਗੇ ਕਿ ਵੱਖਰੀਆਂ ਜਿਹੜੀਆਂ ਪਾਰਟੀਆਂ ਨੇ, ਵਿਰੋਧੀ ਪਾਰਟੀਆਂ ਨੇ ਬੀਜੇਪੀ ਤੋਂ, ਉਹਨਾਂ ਦੀ ਸੱਤਾ ਆਉਣ ਦੀਆਂ ਜ਼ਿਆਦਾ ਸੰਭਾਵਨਾਵਾਂ ਲੱਗ ਰਹੀਆਂ ਨੇ ਔਰ ਬੀਜੇਪੀ ਦਾ ਸਫਾਇਆ ਜਿਹੜਾ ਹੈਗਾ ਹੁੰਦਾ ਨਜ਼ਰ ਆ ਰਿਹਾ ਹੈ। ਇਹਦੇ ਪਿੱਛੇ ਵੱਡਾ ਕਾਰਨ ਇਹੀ ਹੈ ਕਿ ਕਿਸਾਨ ਲਗਾਤਾਰ ਇਹਨਾਂ ਸਟੇਟਾਂ ਦੇ ਵਿੱਚ ਫੈਲ ਰਹੇ ਨੇ, ਕਿਸਾਨਾਂ ਦਾ ਸੰਘਰਸ਼ ਫੈਲ ਰਿਹਾ ਹੈ, ਲੋਕ ਸਮਝ ਰਹੇ ਨੇ, ਲੋਕ ਬੀਜੇਪੀ ਦੀਆਂ ਚਾਲਾਂ ਨੂੰ ਸਮਝ ਰਹੇ ਨੇ। ਲੋਕਾਂ ਨੂੰ ਲੱਗਦਾ ਹੈ ਕਿ ਇੱਕ ਪਾਸੇ ਮਹਿੰਗਾਈ ਨੇ ਆਪਣਾ ਸਿਖਰ ਤੇ ਪਹੁੰਚ ਚੁੱਕੀ ਹੈ ਔਰ ਇਸੇ ਤਰ੍ਹਾਂ ਜਿਹੜੀਆਂ ਬਾਕੀ ਬੁਨਿਆਦੀ ਸਹੂਲਤਾਂ ਨੇ, ਖਾਸ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਸਾਡੇ ਅੰਨਦਾਤਾ ਨੂੰ ਜਿਹੜੀਆਂ ਚੀਜ਼ਾਂ ਮਿਲਣੀਆਂ ਚਾਹੀਦੀਆਂ ਨੇ ਉਹ ਨਹੀਂ ਮਿਲ ਰਿਹਾ ਔਰ ਨਤੀਜਾ ਕੀ ਨਿਕਲ ਰਿਹਾ ਹੈ ਕਿ ਚਾਹੇ ਜਦੋਂ ਅਸੀਂ ਹਿਮਾਚਲ ਪ੍ਰਦੇਸ਼ ਦੀ ਗੱਲ ਕਰਦੇ ਹਾਂ ਤਾਂ ਉੱਥੋਂ ਦਾ ਸੇਬ ਬਹੁਤ ਘੱਟ ਰੇਟਾਂ ਦੇ ਉੱਤੇ ਲਿਜਾ ਕੇ ਜਿਹੜੇ ਅਡਾਨੀ ਅਬਾਨੀ ਨੇ ਉਹ ਮਹਿੰਗੇ ਭਾਅ ਵੇਚ ਰਹੇ ਨੇ ਔਰ ਇਸੇ ਤਰ੍ਹਾਂ ਕਾਰਪੋਰੇਟ ਘਰਾਣੇ ਜਿਹੜੇ ਨੇ ਕਿਸ ਤਰ੍ਹਾਂ ਸਾਡੀ ਖੇਤੀਬਾੜੀ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਨੇ ਔਰ ਇਹੀ ਗੱਲ ਹਰਿਆਣੇ ਦੇ ਉੱਤੇ ਲਾਗੂ ਹੁੰਦੀ ਹੈ। ਇਹੀ ਗੱਲ ਆਉਣ ਵਾਲੀਆਂ ਸਮੇਂ ਦੇ ਵਿੱਚ ਵੱਖ-ਵੱਖ ਸਟੇਟਾਂ ਦੇ ਉੱਤੇ ਲਾਗੂ ਹੋ ਰਹੀ ਹੈ। ਸੋ ਕਹਿਣ ਦਾ ਮਤਲਬ ਹੈ ਕਿ ਲੋਕ ਹੁਣ ਚੇਤਨ ਹੋ ਰਹੇ ਨੇ, ਕਿਸਾਨ ਹੁਣ ਅੱਗੇ ਆ ਰਹੇ ਨੇ। ਇਸ ਕਰਕੇ ਕਿਸਾਨਾਂ ਨੂੰ ਭਰਮਾ ਕੇ, ਡਰਾ ਕੇ, ਧਮਕਾ ਕੇ ਤੁਸੀਂ ਵੋਟਾਂ ਨਹੀਂ ਲੈ ਸਕਦੇ। ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਹਾਰਨਾ ਹੀ ਪਏਗਾ ਔਰ ਬੀਜੇਪੀ ਨੂੰ ਖਾਸ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਹੰਕਾਰ ਉਹਨਾਂ ਦਾ ਬਹੁਤ ਛੇਤੀ ਟੁੱਟੇਗਾ ਔਰ ਅਖੀਰ ਨੂੰ ਮਜਬੂਰ ਹੋਣਾ ਪਏਗਾ ਕਿ ਇਹ 3 ਕਾਲੇ ਕਾਨੂੰਨ ਜਿਹੜੇ ਨੇ ਉਹ ਰੱਦ ਕੀਤੇ ਜਾਣਗੇ। ਪੰਗੂ ਸਾਹਿਬ, ਡਾਕਟਰ ਸਾਹਿਬ ਤੁਸੀਂ ਕਿਹਾ ਕਿ ਬੀਜੇਪੀ ਨੂੰ ਹਾਰ ਦਾ ਸਾਹਮਣਾ ਕਰਨਾ ਪਊਗਾ ਕਿਸਾਨਾਂ ਦੇ ਰੋਹ ਕੇ। ਕਿਸਾਨ ਤਾਂ ਕਹਿੰਦੇ 2024 ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੁਰਸੀ ਤੋਂ ਲਾ ਕੇ ਹੀ ਛੱਡਾਂ। ਬਿਲਕੁਲ, ਜੇਕਰ ਦੇਖੋ ਇਹ ਅੰਦੋਲਨ ਅੱਗੇ ਜਾਂਦਾ ਹੈ, ਜੇਕਰ ਇਸੇ ਤਰ੍ਹਾਂ ਦਾ ਅੜੀਅਲ ਰਵੱਈਆ ਬੀਜੇਪੀ ਦਾ ਰਹਿੰਦਾ ਹੈ, ਮੋਦੀ ਸਰਕਾਰ ਦਾ ਰਹਿੰਦਾ ਹੈ, ਤਾਂ ਕਿਸਾਨ ਹੁਣ ਬਿਲਕੁਲ ਆਪਣਾ ਮਨ ਬਣਾ ਚੁੱਕੇ ਨੇ ਔਰ ਕਹਿ ਚੁੱਕੇ ਨੇ, ਚਾਹੇ ਉਹ ਰਾਕੇਸ਼ ਟਿਕੈਤ ਜੀ ਹੋਣ, ਚਾਹੇ ਰਾਜੋਵਾਲ ਸਾਹਿਬ ਹੋਣ, ਚਾਹੇ ਹੋਰ ਜਿੰਨੇ ਵੀ ਲੀਡਰ ਨੇ ਇਸ ਵੇਲੇ ਕਿਸਾਨਾਂ ਦੇ, ਉਹ ਬਾਰ-ਬਾਰ ਇਸ ਗੱਲ ਨੂੰ ਤੈਅ ਕਰ ਚੁੱਕੇ ਨੇ, ਕਹਿ ਚੁੱਕੇ ਨੇ ਕਿ ਜੇਕਰ ਸਾਨੂੰ 24 ਤੱਕ ਵੀ ਰਹਿਣਾ ਪੈਂਦਾ ਹੈ, ਜਿੰਨੀ ਦੇਰ ਮੋਦੀ ਸਰਕਾਰ ਨਹੀਂ ਉਤਰਦੀ ਉਨੀ ਦੇਰ ਅਸੀਂ ਸੜਕਾਂ ਤੇ ਬੈਠਾਂਗੇ। ਸੋ ਸਾਨੂੰ ਕੋਈ ਪਰਵਾਹ ਨਹੀਂ ਹੈ। ਸੋ ਉਮੀਦ ਕਰਦੇ ਹਾਂ ਕਿ ਜੇਕਰ ਇਹ ਪਹਿਲਾ ਮਸਲਾ ਹੱਲ ਨਹੀਂ ਹੁੰਦਾ 24 ਤੋਂ, ਤਾਂ ਲਾਜ਼ਮੀ ਤੌਰ ਤੇ ਇਹ 24 ਤੱਕ ਜੇਕਰ ਚੱਲਦਾ ਹੈ ਅੰਦੋਲਨ, ਤਾਂ 24 ਦੇ ਵਿੱਚ ਤੁਸੀਂ ਦੇਖੋਗੇ ਕਿ ਮੋਦੀ ਸਰਕਾਰ ਜਿਹੜੀ ਹੈਗੀ ਹੈ ਉਹ ਉਤਰੇਗੀ ਔਰ ਇਹਨਾਂ ਦੀ ਜਗ੍ਹਾ ਕੋਈ ਨਵੀਂ ਪਾਰਟੀ ਦੀ ਸਰਕਾਰ ਜਿਹੜੀ ਹੈਗੀ ਹੈ ਉਹ ਬਣੇਗੀ, ਜਿਹੜੀ ਕਿ ਕਿਸਾਨਾਂ ਦੀ ਹਮਦਰਦ ਹੋਏਗੀ, ਕਿਸਾਨਾਂ ਦੇ 3 ਕਾਲੇ ਕਾਨੂੰਨ ਜਿਹੜੇ ਨੇ ਉਹ ਹਟਾਏਗੀ ਔਰ ਨਵਾਂ MSP ਵਾਲਾ ਜਿਹੜਾ ਕਾਨੂੰਨ ਹੈ ਉਹ ਲੈ ਕੇ ਆਏਗੀ। ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਜਿਹੜੀਆਂ ਨੇ ਪੈਦਾ ਹੋਣ ਦੀਆਂ ਨਜ਼ਰ ਆ ਰਹੀਆਂ ਨੇ। ਪੰਗੂ ਸਾਹਿਬ, ਡਾਕਟਰ ਸਾਹਿਬ ਹੁਣ ਗੱਲ ਕਰਦੇ ਹਾਂ ਪੰਜਾਬ ਦੀ ਸਿਆਸਤ ਦੀ। ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨੇ ਸਾਧੇ ਨੇ, ਨਿੱਜੀ ਹੋ ਗਏ ਨਵਜੋਤ ਸਿੰਘ ਸਿੱਧੂ। ਕੀ ਲੱਗਦਾ ਤੁਹਾਨੂੰ? ਥੋੜਾ ਜਿਹਾ ਮੈਂ ਨਵਜੋਤ ਸਿੰਘ ਸਿੱਧੂ ਨੇ ਕੀ ਕਿਹਾ ਇਹ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ। ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਨਿੱਜੀ ਹਮਲੇ ਕੀਤੇ ਨੇ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਪਿਓ ਜਿਤਾਊਗਾ ਪੰਜਾਬ ਨੂੰ, ਅਮਰਿੰਦਰ ਸਿੰਘ ਦੀ ਤਾਂ ਪਤਨੀ ਵੀ ਉਹਨਾਂ ਨਾਲ ਨੇ। ਉਹਨਾਂ ਨੇ ਇਸ਼ਾਰਾ ਕਿਸ ਮੁੱਦੇ, ਕਿਸ ਚੀਜ਼ ਵੱਲ ਕੀਤਾ ਉਹ ਸਾਡੇ ਸਾਹਮਣੇ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਧਦੀ ਉਮਰ ਦੇ ਨਾਲ ਰੋਂਦੂ ਹੋ ਗਏ ਨੇ। ਡਾਕਟਰ ਸਾਹਿਬ ਮੈਂ ਤੁਹਾਡੇ ਕੋਲੋਂ ਸਮਝਣਾ ਚਾਹੁੰਦਾ, ਜਦੋਂ ਤੁਸੀਂ ਐਜੂਕੇਟਡ ਹੋਵੋ, ਜਦੋਂ ਤੁਸੀਂ ਪੜ੍ਹੇ ਲਿਖੇ ਹੋਵੋ, ਤੁਹਾਡੀ ਛਵੀ ਇੱਕ ਇਸ ਤਰ੍ਹਾਂ ਦੀ ਬਣੀ ਹੋਵੇ ਜਨਤਾ ਦੇ ਵਿੱਚ ਕਿ ਆਹ ਭਾਈ ਬੰਦਾ ਸਿਆਣਾ, ਮੁੱਦੇ ਦੀ ਸਮਝ ਰੱਖਦਾ ਤੇ ਚਲੋ ਇਮਾਨਦਾਰ ਵੀ। ਨਵਜੋਤ ਸਿੰਘ ਸਿੱਧੂ ਆਪਣੇ ਆਪ ਨੂੰ ਕਹਿੰਦੇ ਨੇ ਕਿ ਮੈਂ ਇਮਾਨਦਾਰ ਹਾਂ। ਹਜੇ ਤੱਕ ਨਵਜੋਤ ਸਿੰਘ ਸਿੱਧੂ ਦੇ ਭਾਵੇਂ ਬੇਸ਼ੱਕ ਕੋਈ ਕੁਛ ਸਾਬਤ ਨਹੀਂ ਏਦਾਂ ਦਾ ਹੋਇਆ। ਇਲਜ਼ਾਮ ਤਾਂ ਜਦੋਂ ਸਿਆਸਤ ਦੇ ਵਿੱਚ ਆਮ ਚੱਲਦੇ ਰਹਿੰਦੇ ਆ, ਪਰ ਅਸੀਂ ਗੱਲ ਕਰ ਰਹੇ ਹਾਂ ਕਿ ਜਦੋਂ ਤੁਹਾਡੀ ਛਵੀ ਪੜ੍ਹੇ ਲਿਖਿਆਂ ਦੀ ਹੋਵੇ ਤਾਂ ਕੀ ਇਹੋ ਜਿਹੇ ਇਲਜ਼ਾਮ ਲਾਉਣੇ ਜਾਂ ਫਿਰ ਐਂ ਕਹਿ ਲਓ ਕਿ ਇਹੋ ਜਿਹੇ ਨਿਸ਼ਾਨੇ ਸਾਧਣੇ ਜੋ ਨਿੱਜੀ ਹੋਣ, ਜੋ ਪਰਿਵਾਰਕ ਹੋਣ, ਤੁਸੀਂ ਨਿੱਜੀ ਹਮਲਿਆਂ ਤੇ ਆ ਗਏ, ਨਿੱਜੀ ਤਾਨਿਆਂ ਤੇ ਆ ਗਏ, ਨਿੱਜੀ ਮਿਹਣਿਆਂ ਤੇ ਤੁਸੀਂ ਆ ਗਏ, ਇਹ ਗੱਲਾਂ ਕਿੱਥੋਂ ਤੱਕ ਜਾਇਜ਼ ਨੇ? ਸਿਆਸਤ ਦੇ ਵਿੱਚ ਇਲਜ਼ਾਮਬਾਜ਼ੀ, ਦੂਸ਼ਣਬਾਜ਼ੀ ਭਰਪੂਰ ਹੁੰਦੀ ਹੈ, ਪਰ ਪਿਛਲੇ ਦਿਨਾਂ ਦੇ ਵਿੱਚੋਂ ਜੋ ਸਿਆਸਤ ਦਾ ਮਿਆਰ ਹੈ ਉਹ ਸਿਆਸਤ ਦਾ ਮਿਆਰ ਥੱਲੇ ਆਇਆ। ਲਗਾਤਾਰ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਦੇ ਉਰੂਸ ਆਲਮ ਲੈ ਕੇ ਲਗਾਤਾਰ ਨਿਸ਼ਾਨੇ ਸਾਧ ਗਏ, ਨਿੱਜੀ ਹਮਲੇ।
ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਹੁਣ ਫਿਰ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਨਿੱਜੀ ਹਮਲੇ ਕੀਤੇ ਨੇ। ਪੰਗੂ ਸਾਹਿਬ ਦੇਖੋ, ਪਿਛਲੇ ਦਿਨਾਂ ਦੇ ਵਿੱਚ ਜਦੋਂ ਕੈਪਟਨ ਸਾਹਿਬ ਨੇ ਅਸਤੀਫਾ ਦਿੱਤਾ ਔਰ 7 ਪੰਨਿਆਂ ਦਾ ਅਸਤੀਫਾ ਉਹਨਾਂ ਨੇ ਲਿਖਿਆ ਸੀਗਾ, ਤੁਹਾਨੂੰ ਵੀ ਯਾਦ ਹੋਏਗਾ, ਦਰਸ਼ਕਾਂ ਨੂੰ ਵੀ ਯਾਦ ਹੋਏਗਾ। ਔਰ ਉਹਨਾਂ 7 ਪੰਨਿਆਂ ਦੇ ਵਿੱਚ ਨਿੱਜੀ ਤੌਰ ਤੇ ਉਹਨਾਂ ਨੇ ਆਪਣੀਆਂ ਕਿਹੜਾਂ ਕੱਢੀਆਂ ਸੀ, ਖਾਸ ਤੌਰ ਤੇ ਨਵਜੋਤ ਸਿੰਘ ਸਿੱਧੂ ਦੇ ਉੱਤੇ ਦੋਸ਼ ਲਾਏ ਸੀਗੇ ਕਿ ਇਹ ਤਾਂ ਪਾਕਿਸਤਾਨ ਦੇ ਹਮੈਤੀ ਨੇ, ਇਹਨਾਂ ਨੇ ਉੱਥੋਂ ਦੇ ਜਿਹੜੇ ਜਨਰਲ ਸਾਹਿਬ ਨੇ ਫੌਜ ਦੇ, ਉਹਨਾਂ ਦੇ ਨਾਲ ਜੱਫੀਆਂ ਪਾਈਆਂ, ਇਸ ਤਰ੍ਹਾਂ ਦੇ ਇਲਜ਼ਾਮ ਜਿਹੜੇ ਸੀਗੇ ਲਗਾਏ ਗਏ ਸੀਗੇ। ਸੋ ਉਸੇ ਦਾ ਬਦਲਾ ਲੈਣ ਦੀ ਕੋਸ਼ਿਸ਼ ਇਸ ਵੇਲੇ ਨਵਜੋਤ ਸਿੰਘ ਸਿੱਧੂ ਜੀ ਕਰ ਰਹੇ ਨੇ ਔਰ ਉਹ ਕਹਿ ਰਹੇ ਨੇ ਕਿ ਇਹ ਜਿਹੜਾ ਪੰਜਾਬ ਨੂੰ ਅਗਲੀਆਂ ਚੋਣਾਂ ਦੇ ਵਿੱਚ ਕੌਣ ਜਿਤਾ ਸਕਦਾ ਹੈ, ਕੀ ਉਹ ਕੈਪਟਨ ਦੇ ਬਾਪ ਜਿਤਾ ਸਕਦੇ ਨੇ, ਉਹਨਾਂ ਦੇ ਪਿਤਾ ਜੀ ਜਿਤਾ ਸਕਦੇ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਦੋਨੋਂ ਪਾਸਿਆਂ ਤੋਂ ਇਸ ਤਰ੍ਹਾਂ ਦੀ ਜਿਹੜੀ ਭਾਸ਼ਾ ਦੀ ਵਰਤੋਂ ਹੁੰਦੀ ਹੈ, ਇਹ ਨਹੀਂ ਹੋਣੀ ਚਾਹੀਦੀ। ਇਹ ਕੋਈ ਸਿਆਸੀ ਭਾਸ਼ਾ ਨਹੀਂ ਹੈ, ਇਹ ਆਮ ਸਧਾਰਨ ਜਿਹੜੇ ਨੇ ਲੋਕਾਂ ਦੀ ਭਾਸ਼ਾ ਕਹਿ ਸਕਦੇ ਹਾਂ ਕਿ ਇਦਾਂ ਦੀ ਭਾਸ਼ਾ ਦਾ ਕੋਈ ਪੋਲੀਟੀਕਲ ਭਾਸ਼ਾ ਦੇ ਨਾਲ ਕੋਈ ਸੰਬੰਧ ਨਹੀਂ ਹੈ। ਇਸ ਤਰ੍ਹਾਂ ਦੀ ਭਾਸ਼ਾ ਨਹੀਂ ਹੋਣੀ ਚਾਹੀਦੀ। ਸਗੋਂ ਸਾਨੂੰ ਇੱਕ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਤੁਸੀਂ ਕੈਪਟਨ ਸਾਹਿਬ ਦੀ ਗੱਲ ਆਪਾਂ ਕਰਦੇ ਹਾਂ ਜਾਂ ਜਿਵੇਂ ਅਸੀਂ ਨਵਜੋਤ ਸਿੰਘ ਸਿੱਧੂ ਦੀ ਗੱਲ ਕਰਦੇ ਹਾਂ, ਉਹਨਾਂ ਨੂੰ ਇੱਕ ਪੜ੍ਹੇ ਲਿਖੇ ਹੋਣ ਦੇ ਨਾਤੇ, ਇੱਕ ਚੰਗੇ ਨਾਗਰਿਕ ਹੋਣ ਦੇ ਨਾਤੇ ਔਰ ਕਾਂਗਰਸ ਦੇ ਵੱਡੇ ਲੀਡਰ ਹੋਣ ਦੇ ਨਾਤੇ ਜਿਹੜੀ ਹੈਗੀ ਹੈ ਇਦਾਂ ਦੀ ਭਾਸ਼ਾ ਨਹੀਂ ਵਰਤਣੀ ਚਾਹੀਦੀ। ਸਗੋਂ ਮੁੱਦਿਆਂ ਦੀ ਗੱਲ ਜਿਹੜੀ ਹੈਗੀ ਹੈ ਉਹ ਜ਼ਿਆਦਾ ਇੰਪੋਰਟੈਂਟ ਹੈ। ਭਾਸ਼ਾ ਦੇ ਵਰਤੋਂ ਜਿਹੜੀ ਹੈਗੀ ਹੈ, ਜਦੋਂ ਵੀ ਕੋਈ ਪੜ੍ਹਿਆ ਲਿਖਿਆ ਇਨਸਾਨ, ਚੰਗਾ ਬੰਦਾ ਜਿਹੜਾ ਹੈਗਾ, ਇਮਾਨਦਾਰ ਬੰਦਾ ਇਦਾਂ ਦੀ ਭਾਸ਼ਾ ਦੀ ਵਰਤੋਂ ਕਰਦਾ ਹੈ ਤਾਂ ਲਾਜ਼ਮੀ ਤੌਰ ਤੇ ਉਹ ਲੋਕਾਂ ਦੀਆਂ ਨਿਗਾਹ ਦੇ ਵਿੱਚ ਜ਼ਰੂਰ ਆਉਂਦਾ ਹੈ। ਸੋ ਕੈਪਟਨ ਸਾਹਿਬ ਨੂੰ ਵੀ ਚਾਹੀਦਾ ਕਿ ਉਹ ਜਿਸ ਤਰ੍ਹਾਂ ਦੀ ਕੁੜੱਤਣ ਉਹਨਾਂ ਨੇ ਰੱਖੀ ਹੋਈ ਹੈ ਨਵਜੋਤ ਸਿੰਘ ਸਿੱਧੂ ਦੇ ਉਹਨਾਂ ਦੇ ਕੰਮਾਂ ਦੇ ਬਾਰੇ, ਉਹਨਾਂ ਨੂੰ ਉਹ ਨਹੀਂ ਦੁਹਰਾਉਣਾ ਚਾਹੀਦਾ। ਇਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਨੂੰ ਵੀ ਚਾਹੀਦਾ ਹੈ ਕਿ ਜਿੱਦਾਂ ਦੀ ਭਾਸ਼ਾ ਦੀ ਵਰਤੋਂ ਕਰ ਰਹੇ ਨੇ ਉਹ, ਇਹ ਨਾਨ ਪੋਲੀਟੀਕਲ ਭਾਸ਼ਾ ਹੈ। ਇਦਾਂ ਦੀ ਭਾਸ਼ਾ ਜਿਹੜੀ ਹੈਗੀ ਇੱਕ ਸਿਆਸੀ ਕਿਰਦਾਰ ਨੂੰ ਜਾਂ ਸਿਆਸੀ ਲੀਡਰ ਨੂੰ ਉਹ ਚੰਗੀ ਨਹੀਂ ਲੱਗਦੀ। ਸੋ ਉਮੀਦ ਕਰਦੇ ਹਾਂ ਕਿ ਸਾਡੇ ਜਿਹੜੇ ਇਹ ਲੀਡਰ ਸਾਹਿਬਾਨ ਨੇ, ਕੋਈ ਵੀ ਹੈ, ਚਾਹੇ ਕਾਂਗਰਸ ਦੇ ਨੇ, ਚਾਹੇ ਅਕਾਲੀ ਦਲ ਦੇ ਨੇ, ਚਾਹੇ ਆਮ ਆਦਮੀ ਪਾਰਟੀ ਹੈ, ਚਾਹੇ ਬੀਜੇਪੀ ਹੈ ਜਾਂ ਕੋਈ ਹੋਰ ਪਾਰਟੀਆਂ ਨੇ, ਉਹਨਾਂ ਦਾ ਇੱਕ ਮੁਕੱਦਸ ਫਰਜ਼ ਬਣਦਾ ਹੈ ਕਿ ਉਹ ਲੋਕਾਂ ਨੂੰ, ਕਿਉਂਕਿ ਲੀਡਰ ਜਿਹੜਾ ਹੁੰਦਾ ਉਹਨੇ ਲੋਕਾਂ ਨੂੰ ਲੀਡ ਕਰਨਾ ਹੁੰਦਾ ਹੈ। ਸੋ ਜਿਹੜੇ ਲੀਡਰਸ਼ਿਪ ਹੀ ਤੁਹਾਡੀ ਇਦਾਂ ਦੀ ਭਾਸ਼ਾ ਵਰਤਦੀ ਹੈ ਤਾਂ ਲਾਜ਼ਮੀ ਤੌਰ ਤੇ ਉਸ ਪਾਰਟੀ ਦੇ ਜਿਹੜੇ ਵਲੰਟੀਅਰ ਸਾਹਿਬਾਨ ਨੇ ਉਹ ਕਿੱਦਾਂ ਦੀ ਭਾਸ਼ਾ ਵਰਤਣਗੇ ਔਰ ਇਹਦੇ ਨਾਲ ਕੁੜੱਤਣਾ ਵੱਧਦੀਆਂ ਨੇ, ਦੂਰੀਆਂ ਵੱਧਦੀਆਂ ਨੇ ਇੱਕ ਦੂਜੇ ਦੇ ਪ੍ਰਤੀ। ਸੋ ਇਸ ਕਰਕੇ ਮੈਂ ਹੀ ਸੁਝਾਅ ਦੇਣ ਦੀ ਆਪਾਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਕਿ ਇਦਾਂ ਦੀ ਜਿਹੜੀ ਭਾਸ਼ਾ ਹੈ ਉਹਦੇ ਤੋਂ ਗੁਰੇਜ਼ ਕੀਤਾ ਜਾਏ। ਪੰਗੂ ਸਾਹਿਬ ਜੀ ਬਿਲਕੁਲ ਗੁਰੇਜ਼ ਕੀਤਾ ਜਾਏ, ਪਰ ਡਾਕਟਰ ਸਾਹਿਬ ਸਿਆਸਤਾਂ ਨੀਵੇਂ ਪੱਧਰ ਦੀਆਂ ਹੋ ਗਈਆਂ, ਦੂਸ਼ਣਬਾਜ਼ੀਆਂ ਹੁਣ ਨਿੱਜੀ ਹੋ ਗਈਆਂ, ਮੁੱਦੇ ਭੁੱਲ ਗਏ। ਮੁੱਦੇ ਪੰਜਾਬ ਦੇ ਲੋਕਾਂ ਦੇ, ਪੰਜਾਬ ਦੇ ਨਾਲ ਜੁੜੇ ਹੋਏ ਮੁੱਦੇ, ਪਾਣੀਆਂ ਦਾ ਮੁੱਦਾ, ਸੂਬੇ ਦੇ ਵੱਧ ਅਧਿਕਾਰਾਂ ਦੀ ਗੱਲ, ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ, ਚੰਡੀਗੜ੍ਹ ਦੀ ਗੱਲ, ਗੱਲ ਤਾਂ ਇਹਨਾਂ ਮੁੱਦਿਆਂ ਤੇ ਹੋਣੀ ਬਣਦੀ ਸੀ। ਪਰ ਗੱਲ ਹੁਣ ਸਿਆਸਤਾਂ ਉਹ ਏਦਾਂ, ਉਹਨੇ ਫਲਾਣਾ ਕਰਤਾ, ਉਹਨੇ ਧਮਕਾਣਾ ਕਰਤਾ, ਉਹਨੇ ਆਹ ਨਹੀਂ ਕੀਤਾ, ਉਹਨੇ ਆਹ ਕਹਿਤਾ। ਇਹ ਨਿੱਜੀ ਜੋ ਕਹਿ ਸਕਦੇ ਹਾਂ ਆਪਾਂ ਦੂਸ਼ਣਬਾਜ਼ੀਆਂ ਦਾ ਪੰਜਾਬ ਦੇ ਵਿੱਚ ਦੌਰ ਚੱਲਦਾ, ਪੰਜਾਬ ਦੀ ਸਿਆਸਤ ਦੇ ਵਿੱਚ। ਪਰ ਪੰਜਾਬ ਨੂੰ ਤਾਂ ਇਹ ਮਾਰੂ ਸਥਿਤੀ ਵੱਲ ਲੈ ਕੇ ਜਾਊਗਾ ਨਾ ਇਹ ਦੌਰ ਡਾਕਟਰ ਸਾਹਿਬ। ਬਿਲਕੁਲ, ਜੇਕਰ ਇਦਾਂ ਦੇ ਲੀਡਰ ਸਾਹਮਣੇ ਆਉਂਦੇ ਨੇ ਜਾਂ ਇਦਾਂ ਦੀ ਭਾਸ਼ਾ ਸਾਹਮਣੇ ਆਉਂਦੀ ਹੈ ਤਾਂ ਲਾਜ਼ਮੀ ਤੌਰ ਤੇ ਇਹਦੇ ਨਾਲ ਨੁਕਸਾਨ ਕਿਹਦਾ ਹੋਏਗਾ? ਨੁਕਸਾਨ ਤਾਂ ਪੰਜਾਬੀਆਂ ਦਾ ਹੀ ਹੋਏਗਾ, ਕਿਉਂਕਿ ਜਿਹੜੇ ਲੀਡਰ ਸਾਹਿਬਾਨ ਨੇ ਇਹ ਮੁੱਦਿਆਂ ਦੀ ਬਜਾਏ ਸਾਨੂੰ ਉਲਝਾ ਕੇ ਰੱਖਣਾ ਚਾਹੁੰਦੇ ਨੇ। ਸੋ ਲੋਕਾਂ ਨੂੰ ਉਲਝਾ ਕੇ ਰੱਖਣਾ ਚਾਹੁੰਦੇ ਨੇ। ਨਤੀਜਾ ਕੀ ਨਿਕਲਿਆ ਕਿ ਅੱਜ 75 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਅੱਜ ਵੀ ਪੰਜਾਬ ਛੋਟੀਆਂ-ਛੋਟੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਦੀਆਂ, ਖਾਸ ਤੌਰ ਤੇ ਗਲੀਆਂ ਨਾਲੀਆਂ ਨੂੰ ਪੱਕਿਆ ਕਰਨ ਦੇ ਉੱਤੇ ਇਦਾਂ ਦੀਆਂ ਸਮੱਸਿਆਵਾਂ ਅੱਜ ਵੀ ਨੇ। ਔਰ ਬੁਨਿਆਦੀ ਸਮੱਸਿਆਵਾਂ, ਨੌਕਰੀ ਦੀ ਸਮੱਸਿਆ, ਰੋਜ਼ਗਾਰ ਦੀ ਸਮੱਸਿਆ, ਪਾਣੀ ਦੀ ਸਮੱਸਿਆ, ਇਸੇ ਤਰ੍ਹਾਂ ਕਰਜ਼ਾ ਮਾਫੀ ਦੀ ਸਮੱਸਿਆ ਔਰ ਲਗਭਗ 3 ਲੱਖ ਕਰੋੜ ਰੁਪਏ ਕਰਜ਼ੇ ਦੀ ਸਮੱਸਿਆ, ਕਿਸਾਨਾਂ ਦੀ ਸਮੱਸਿਆ ਔਰ ਆਪਾਂ ਕਹਿ ਸਕਦੇ ਹਾਂ ਕਿ ਨਸਲਾਂ ਤੇ ਫਸਲਾਂ ਨੂੰ ਬਚਾਉਣ ਦੀ ਸਮੱਸਿਆ, ਇਸੇ ਤਰ੍ਹਾਂ ਬਿਜਲੀ ਦੇ ਬਿੱਲਾਂ ਦੀ ਸਮੱਸਿਆ। ਯਾਨੀ ਕਿ ਅਨੇਕਾਂ ਸਮੱਸਿਆਵਾਂ ਮੂੰਹ ਅੱਡੀ ਖੜੀਆਂ ਨੇ। ਪਰ ਸਾਡੇ ਜਿਹੜੇ ਲੀਡਰ ਸਾਹਿਬਾਨ ਨੇ ਉਹ ਆਪਸ ਦੇ ਵਿੱਚ ਆਪਸੀ ਜਿਹੜੀ ਨਿੱਜੀ ਕੁੜੱਤਣ ਹੈ ਉਹਨਾਂ ਦੀ, ਉਹ ਇੱਕ ਦੂਜੇ ਦੇ ਉੱਤੇ ਉਛਾਲ ਕੇ ਨਿੱਜੀ ਕਿਹੜਾ ਕੱਢ ਕੇ ਉਹ ਮੁੱਦਿਆਂ ਨੂੰ ਉਲਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਕਿਉਂਕਿ ਹੁਣ 22 ਦੇ ਵਿੱਚ ਬਹੁਤ ਥੋੜਾ ਸਮਾਂ ਰਹਿ ਗਿਆ ਚੋਣਾਂ ਦੇ ਵਿੱਚ। ਹੁਣ ਸਗੋਂ ਅੱਜ ਲੋੜ ਹੈ ਇਹਨਾਂ ਪਾਰਟੀਆਂ ਦੇ ਲੀਡਰਾਂ ਨੂੰ, ਕੋਈ ਵੀ ਪਾਰਟੀ ਹੈ ਚਾਹੇ, ਕਿ ਉਹ ਮੁੱਦਿਆਂ ਦੀ ਲੜਾਈ ਲੜਨ। ਪੰਜਾਬ ਨੂੰ ਤਰੱਕੀ ਵੱਲ ਕਿਵੇਂ ਲੈ ਕੇ ਜਾਣਾ ਹੈ,
ਪੰਜਾਬ ਦਾ ਰੋਡ ਮੈਪ ਕੀ ਹੋਣਾ ਚਾਹੀਦਾ ਹੈ, ਉਹਦੇ ਉੱਤੇ ਕੰਮ ਹੋਣਾ ਚਾਹੀਦਾ ਹੈ। ਪੰਜਾਬ ਦੇ ਮਸਲੇ ਕਿਵੇਂ ਹੱਲ ਹੋ ਸਕਦੇ ਨੇ, ਉਹਦੇ ਉੱਤੇ ਕੰਮ ਹੋਣਾ ਚਾਹੀਦਾ ਹੈ। ਪੰਜਾਬ ਦਾ ਨੌਜਵਾਨ ਪੰਜਾਬ ਦੇ ਵਿੱਚ ਰਹਿ ਕੇ ਕਿਵੇਂ ਤਰੱਕੀਆਂ ਕਰ ਸਕਦਾ ਹੈ, ਉਹਦੇ ਉੱਤੇ ਬਲੂਪ੍ਰਿੰਟ ਤਿਆਰ ਹੋਣਾ ਚਾਹੀਦਾ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਹਦੀ ਬਜਾਏ ਆਪਸੀ ਕਿਹੜਾਂ ਜਿਹੜੀਆਂ ਨੇ, ਆਪਸੀ ਦੂਸ਼ਣਬਾਜ਼ੀ ਨਹੀਂ ਕੱਢਣੀ ਚਾਹੀਦੀ, ਸਗੋਂ ਪੰਜਾਬ ਨੂੰ ਅੱਗੇ ਲਿਜਾਣ ਦੇ ਲਈ ਸਗੋਂ ਸਾਰਿਆਂ ਨੂੰ ਰਲ ਮਿਲ ਕੇ ਜਿਹੜੀ ਹੈਗੀ ਹੈ ਚੰਗੀ ਭਾਸ਼ਾ ਦਾ ਪ੍ਰਯੋਗ ਕਰਕੇ ਅੱਗੇ ਆਉਣਾ ਚਾਹੀਦਾ ਹੈ। ਪੰਗੂ ਸਾਹਿਬ ਜੀ ਬਿਲਕੁਲ ਡਾਕਟਰ ਸਾਹਿਬ, ਚੰਗੀ ਭਾਸ਼ਾ ਦਾ ਪ੍ਰਯੋਗ ਕਰਕੇ ਅੱਗੇ ਆਉਣਾ ਚਾਹੀਦਾ। ਸਿਆਸਤਦਾਨ ਨੂੰ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਬਣਦਾ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਸਾਡੇ ਨਾਲ ਜੁੜਨ ਦੇ ਲਈ, ਆਪਣੇ ਵਿਚਾਰ ਰੱਖਣ ਦੇ ਲਈ ਤੁਹਾਡਾ ਸ਼ੁਕਰੀਆ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਦਰਸ਼ਕੋ, ਸਾਡੇ ਨਾਲ ਜੁੜੇ ਹੋਏ ਸੀ ਸਿਆਸੀ ਮਾਹਿਰ ਡਾਕਟਰ ਭੀਮਿੰਦਰ ਸਿੰਘ। ਗੱਲ ਸੀ ਕਿਸਾਨੀ ਮਸਲੇ ਦੀ, ਗੱਲ ਸੀ ਦੀਵਾਲੀ ਦੇ ਤਿਉਹਾਰ ਦੇ ਮੌਕੇ ਜੋ ਕਿਸਾਨ ਸੜਕਾਂ ਤੇ ਬੈਠੇ ਨੇ, ਆਪਣੇ ਘਰਾਂ ਤੋਂ ਦੂਰ ਨੇ, ਬੱਚਿਆਂ ਤੋਂ ਦੂਰ ਨੇ, ਆਪਣੇ ਕੰਮ ਧੰਦਿਆਂ ਤੋਂ ਦੂਰ ਨੇ। ਕਿਸਾਨ ਦਿੱਲੀ ਬੈਠੇ ਨੇ, ਪਰ ਬੀਜੇਪੀ ਸਰਕਾਰ ਇਸ ਖੇਤੀ ਵਿਵਾਦਤ ਕਾਨੂੰਨ ਦਾ ਹੱਲ ਕੱਢਣ ਦੀ ਥਾਂ ਇਸ ਮਸਲੇ ਨੂੰ ਲਮਕਾਉਂਦੀ ਜਾ ਰਹੀ ਹੈ। ਦੇਖਣ ਵਾਲਾ ਹੋਊਗਾ ਆਖਰ ਕਦੋਂ ਤੱਕ ਬੀਜੇਪੀ ਸਰਕਾਰ ਆਪਣੀ ਐਡਵਾਈਸ ਨੂੰ ਲੈ ਕੇ ਏਦਾਂ ਹੀ ਅੜੀ ਰਹੂਗੀ। ਤੁਹਾਨੂੰ ਸਾਡਾ ਪ੍ਰੋਗਰਾਮ ਕਿਹੋ ਜਿਹਾ ਲੱਗਿਆ, ਤੁਸੀਂ ਆਪਣਾ ਸੁਝਾਅ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਚੈਨਲ ਪੰਜਾਬੀ ਤੇ। ਧੰਨਵਾਦ।